Dear students, I, Suresh Kumar, Principal, Government Senior Secondary School, Boys, Guru or Sahai, am bringing to you a series of lectures on your 10 plus 2 Journal English. I am uploading these lectures on my school's YouTube channel GSSS Boys School Guru or Sahai, so that you may get full benefit of your online studies, especially during the corona pandemic. I am sending these lectures links to various groups for the intensive study of the students. I request you to subscribe my school's YouTube channel in large number, so that you may get and other students may get benefit from these lectures. We were discussing about the poetry section, about the poems in your syllabus. Now I am present with your third poem in the syllabus, The Echoing Green, written by William Blake. Summary. First of all, we shall discuss its summary in Punjabi and English. This is my first lecture on this poem. Now I am coming to the point. Let's discuss. The Echoing Green is a beautiful poem of nature composed by William Blake. Echoing Green. Echo ਹੁੰਦਾ ਗੂੰਜ, ਹਰਿਆਲੀ ਦੀ ਗੂੰਜ। ਇੱਕ ਸੁੰਦਰ ਕਵਿਤਾ ਹੈ ਜਿਹੜੀ ਕਿ ਵਿਲੀਅਮ ਬਲੈਕ ਦੁਆਰਾ ਰਚਿਤ ਹੈ। This poem is full of attractive scenes of nature. ਇਹ ਕਵਿਤਾ ਜਿਹੜੀ ਹੈ ਉਹ ਪ੍ਰਕਿਰਤੀ ਦੇ ਆਕਰਸ਼ਕ ਦ੍ਰਿਸ਼ਾਂ ਦੇ ਨਾਲ ਭਰਪੂਰ ਹੈ। In this poem, the poet is lost in the background of his days of childhood. ਇਸ ਕਵਿਤਾ ਵਿੱਚ ਕਵੀ ਆਪਣੇ ਬਚਪਨ ਦੇ ਦਿਨਾਂ ਦੇ ਵਿੱਚ ਗੁਆਚ ਜਾਂਦਾ ਹੈ। The poet presents the scene of cheerful shouts of children. ਕਵੀ ਜਿਹੜਾ ਹੈ ਉਹ ਬੱਚਿਆਂ ਦੇ ਖੁਸ਼ੀ ਭਰੇ ਰੋਲੇ ਰੱਪੇ ਨੂੰ, ਉਹਨਾਂ ਦੇ ਦੀਆਂ ਜਿਹੜੀਆਂ ਨੇ ਉਹ ਖੁਸ਼ੀ ਭਰੀਆਂ ਚੀਕਾਂ ਜਿਹੜੀਆਂ ਨੇ ਚਿਲਾਉਣ ਨੂੰ ਮਤਲਬ ਜਿਹੜਾ ਹੈ ਉਹ ਪੇਸ਼ ਕਰਦਾ ਹੈ। They are making merry in joyful mood. ਉਹ ਖੁਸ਼ ਮੁਦਰਾ ਦੇ ਵਿੱਚ ਖੁਸ਼ੀ ਮਨਾ ਰਹੇ ਹਨ। The birds are singing sweet songs in the trees. ਪੰਛੀ ਰੁੱਖਾਂ ਤੇ ਜਿਹੜੇ ਨੇ ਉਹ ਮਿੱਠੇ ਗੀਤ ਗਾ ਰਹੇ ਹਨ। The sun rises, ਸੂਰਜ ਚੜ੍ਹਦਾ ਹੈ, and brightens up the countryside, ਅਤੇ ਪਿੰਡਾਂ ਨੂੰ ਰੋਸ਼ਨ ਕਰਦਾ ਹੈ। The rising sun unbound joys and happiness. ਚੜ੍ਹਦਾ ਹੋਇਆ ਸੂਰਜ ਖੁਸ਼ੀ ਨੂੰ ਜਿਹੜਾ ਹੈ ਉਹ ਅਨਬਾਊਂਡ ਕਰ ਦਿੰਦਾ ਹੈ, ਭਾਵ ਇਹਨਾਂ ਨੂੰ ਖੁਸ਼ੀਆਂ ਜਿਹੜੀਆਂ ਨੇ ਉਹ ਦੁਨੀਆ ਦੇ ਲਈ, ਲੋਕਾਂ ਦੇ ਲਈ ਖੋਲ੍ਹ ਦਿੰਦਾ ਹੈ। ਮੈਰੀ ਬੈਲਜ ਆਫ ਨੀਅਰ ਬਾਈ ਚਰਚ ਆਰ ਰਿੰਗਿੰਗ. ਗਿਰਜਾ ਘਰ, ਨੇੜੇ ਦੇ ਗਿਰਜਾ ਘਰ ਵਿੱਚੋਂ ਜਿਹੜਾ ਹੈ ਉਹ ਖੁਸ਼ੀ ਭਰੀਆਂ ਘੰਟੀਆਂ ਵੱਜਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਦੇ ਵੈਲਕਮ ਦਾ ਬਿਗਨਿੰਗ ਆਫ ਦਾ ਸਪਰਿੰਗ ਸੀਜ਼ਨ. ਉਹ ਬਸੰਤ ਰੁੱਤ ਦੀ ਸ਼ੁਰੂਆਤ ਦਾ ਸਵਾਗਤ ਕਰਦੀਆਂ ਹਨ।
ਦਿਸ ਸੀਜ਼ਨ ਸਿੰਬੋਲਾਈਜ਼ਸ ਦਾ ਯੂਥ ਐਂਡ ਚਿਲਡਰਨ। ਇਹ ਜਿਹੜਾ ਇਹ ਰੁੱਤ ਹੈ ਇਹ ਜਵਾਨੀ ਅਤੇ ਬਚਪਨ ਨੂੰ ਜਿਹੜਾ ਹੈ ਬੱਚਿਆਂ ਦੇ ਬਚਪਨ ਨੂੰ ਚਿੰਨ੍ਹਿਤ ਕਰਦੀ ਹੈ। ਨੌਜਵਾਨਾਂ ਅਤੇ ਬੱਚਿਆਂ ਨੂੰ ਸਿੰਬੋਲਾਈਜ਼ ਕਰਦੀ ਹੈ, ਚਿੰਨ੍ਹਿਤ ਕਰਦੀ ਹੈ। cheerful shouts of children and the songs of the bird like skylark alive the green space। ਤੇ ਜਿਹੜੀਆਂ ਬੱਚਿਆਂ ਦੀਆਂ ਖੁਸ਼ੀ ਭਰੀਆਂ ਜਿਹੜੀਆਂ ਚਿਲਾਉਣਾ ਹੈ, ਉਹਨਾਂ ਦਾ ਰੋਲਾ ਰੱਪਾ ਹੈ, ਚੀਕਣਾ, ਉਸ ਦਾ ਵਰਣਨ ਕਵੀ ਕਰਦਾ ਹੈ। ਕਹਿੰਦਾ ਹੈ ਕਿ ਸਕਾਈਲਾਰਕ ਇੱਕ ਚਿੜੀ ਵਰਗਾ ਜਿਹੜਾ ਪੰਛੀ ਹੈ ਤੇ ਨਾਰਥ ਅਫਰੀਕਾ ਦੇ ਵਿੱਚ ਪਾਇਆ ਜਾਂਦਾ ਹੈ ਕਿ ਇਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਆਲੇ ਦੁਆਲੇ ਦੇ ਵਿੱਚ ਜਿਹੜਾ ਹੈ ਉਹ ਹਰਿਆਵਲ ਰੁੱਖਾਂ ਜੰਗਲਾਂ ਨੂੰ ਜਿਹੜਾ ਜੀਵਤ ਕਰਦੀ ਹੈ। ਦਾ ਥਰਸ਼ ਏ ਸਪੈਰੋ ਲਾਈਕ ਬਰਡ ਫਾਊਂਡ ਇਨ ਅਮਰੀਕਾ। ਅਮਰੀਕਾ ਦੇ ਵਿੱਚ ਇੱਕ ਚਿੜੀ ਵਰਗਾ ਜਿਹੜਾ ਪੰਛੀ ਥਰਸ ਹੈ ਅਤੇ ਹੋਰ ਜਿਹੜੀਆਂ ਐਂਡ ਅਦਰ ਬਰਡਸ ਫਰੋਮ ਬਸ਼ਿਜ ਐਡ ਟੂ ਦਾ ਮਿਊਜ਼ਿਕ ਆਫ ਦਾ ਸਪਰਿੰਗ। ਤੇ ਜਿਹੜੇ ਝਾੜੀਆਂ ਦੇ ਵਿੱਚ ਮਤਲਬ ਜਿਹੜੇ ਅਤੇ ਹੋਰ ਜਿਹੜੇ ਪੰਛੀ ਨੇ ਇਹ ਝਾੜੀਆਂ ਦੇ ਵਿੱਚ ਜਿਹੜੀਆਂ ਇਹਨਾਂ ਦਾ ਸੰਗੀਤ ਹੈ ਬਸੰਤ ਰੁੱਤ ਦਾ ਇਹ ਸੁਣਾਈ ਦਿੰਦਾ ਹੈ। The old people sit under the oak trees and watch the children play। ਜਿਹੜੇ ਬਜ਼ੁਰਗ ਲੋਕ ਨੇ ਉਹ ਬਲੂਤ ਦੇ ਰੁੱਖ ਹੇਠਾਂ ਓਕ ਦੇ ਰੁੱਖ ਦੇ ਹੇਠਾਂ ਬੱਚਿਆਂ ਨੂੰ ਖੇਡਦਿਆਂ ਦੇਖਦੇ ਹਨ। An elderly person named John emerges in the scene। ਇੱਕ ਜਿਹੜਾ ਬਜ਼ੁਰਗ ਵਿਅਕਤੀ ਹੈ ਜਿਹੜਾ ਜਿਸ ਦਾ ਨਾਂ ਜੌਨ ਹੈ ਉਹ ਦ੍ਰਿਸ਼ ਤੇ ਆਉਂਦਾ ਹੈ। with his white covered hair ਤੇ ਉਸ ਦੇ ਵਾਲ ਜਿਹੜੇ ਨੇ ਪੂਰੀ ਤਰ੍ਹਾਂ ਚਿੱਟੇ ਹੋ ਚੁੱਕੇ ਹਨ, ਗ੍ਰੇ ਹੋ ਚੁੱਕੇ ਹਨ। the joyful laughter of the children ends the worries and sorrows of old John। ਬੁੱਢੇ ਜੌਨ ਦਾ ਜਿਹੜਾ ਹੈ ਉਹ ਉਸ ਦੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਬੱਚਿਆਂ ਦੇ ਖੁਸ਼ੀ ਭਰੇ ਹਾਸੇ ਤੇ ਬੱਚੇ ਜਿਹੜੇ ਨੇ ਉਹਨਾਂ ਦੀਆਂ ਬੱਚਿਆਂ ਦਾ ਜਿਹੜਾ ਖੁਸ਼ੀ ਭਰਿਆ ਹਾਸਾ ਹੈ ਉਹ ਉਸ ਦੀਆਂ ਚਿੰਤਾਵਾਂ ਨੂੰ ਜਿਹੜਾ ਹੈ ਉਹ ਖਤਮ ਕਰਦਾ ਹੈ, ਮੁਕਤ ਕਰਦਾ ਹੈ। Soon all of the people say that। ਜਲਦੀ ਹੀ ਜਿਹੜੇ ਉੱਥੇ ਲੋਕ ਜਿਹੜੇ ਬੈਠੇ ਹੁੰਦੇ ਨੇ ਉਹ ਕਹਿੰਦੇ ਹਨ ਕਿ they also enjoyed as much when they were young boys and girls। ਕਿ ਉਹ ਜਦੋਂ ਮੁੰਡੇ ਤੇ ਕੁੜੀਆਂ ਸਨ ਉਹ ਵੀ ਇਹਨਾਂ ਬੱਚਿਆਂ ਦੀ ਤਰ੍ਹਾਂ ਆਨੰਦ ਮਾਣਿਆ ਕਰਦੇ ਸਨ। they recall those happy days when the green echoed with their shouts of joy। ਉਹ ਆਪਣੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਨੇ ਜਦੋਂ ਜੰਗਲ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਚੀਕਣਾ ਚਿਲਾਉਣਾ ਖੁਸ਼ੀ ਦੇ ਨਾਲ ਜੰਗਲ ਗੂੰਜ ਉੱਠਦਾ ਸੀ। ਇਹ ਉਹ ਆਪਦੀਆਂ ਜਿਹੜੀਆਂ ਯਾਦਾਂ ਨੇ ਉਹ ਤਾਜ਼ਾ ਕਰਦੇ ਹਨ। The little children continue to play till they feel tired। ਬੱਚੇ ਉਨੀ ਦੇਰ ਤੱਕ ਖੇਡਦੇ ਰਹਿੰਦੇ ਨੇ ਜਦੋਂ ਤੱਕ ਕਿ ਉਹ ਥੱਕ ਨਹੀਂ ਜਾਂਦੇ। when the sun sets ਜਦੋਂ ਸੂਰਜ ਡੁੱਬਦਾ ਸੀ they feel tired and stop playing। ਤਾਂ ਉਹ ਥੱਕੇ ਹੋਏ ਮਹਿਸੂਸ ਕਰਦੇ ਸਨ ਅਤੇ ਖੇਡਣਾ ਬੰਦ ਕਰ ਦਿੰਦੇ ਸਨ। many of the children are siblings। ਬਹੁਤੇ ਬੱਚੇ
ਭੈਣ ਭਰਾ ਹੁੰਦੇ ਸਨ। ਦੇ ਰਿਟਰਨ ਹੋਮ ਐਂਡ ਸਿਟ ਇਨ ਦਾ ਲੈਪਸ ਆਫ देयर ਮਦਰਸ। ਉਹ ਘਰ ਪਹੁੰਚਦੇ ਤੇ ਆਪਣੀਆਂ ਮਾਵਾਂ ਦੀਆਂ ਗੋਦੀਆਂ ਦੇ ਵਿੱਚ ਬੈਠ ਜਾਂਦੇ। all of their sports and play have come to an end of the day। ਜਦੋਂ ਦਿਨ ਖਤਮ ਹੋਣ ਦੇ ਨਾਲ ਉਹਨਾਂ ਦੀਆਂ ਸਾਰੀਆਂ ਖੇਡਾਂ ਦਾ ਅੰਤ ਹੋ ਜਾਂਦਾ। ਡਾਰਕਨੈਸ ਪ੍ਰੀਵੇਲਸ ਇਨ ਦਾ ਓਪਨ ਗ੍ਰੀਨ ਸਪੇਸ। ਤੇ ਹਨੇਰਾ ਜਿਹੜਾ ਹੈ ਉਹ ਸਾਰੇ ਜੰਗਲ ਦੇ ਵਿੱਚ, ਖੁੱਲੇ ਜੰਗਲ ਦੇ ਵਿੱਚ ਜਿਹੜਾ ਹੈ ਉਹ ਛਾ ਜਾਂਦਾ। This is the summary of this poem, and tomorrow I will be present for you with my second lecture, and I request you to share and like and subscribe our school YouTube channel in large number, so that other people may get full benefit of my these lectures. Thank you very much. Okay.